ਪੰਜਾਬੀ ਜੋ ਭਾਸ਼ਾ ਹੈ ਉਸ ਨੂੰ ਜੋ ਬਣਦਾ ਮਾਣ ਸਤਿਕਾਰ ਉਹ ਨਹੀਂ ਦਿੱਤਾ ਜਾਂਦਾ। ਤਾਂ ਇਸ ਸੰਬੰਧੀ ਅੱਜ ਪ੍ਰਗਟ ਸਿੰਘ ਹੋਣਾ ਨੇ ਕਿਹਾ ਕਿ ਉਹ ਇੱਕ ਕਮਿਸ਼ਨ ਲਿਆਉਣ ਜਾ ਰਿਹਾ, ਜੋ ਕਿ ਕਮਿਸ਼ਨ ਬਣਾਇਆ ਜਾਵੇਗਾ ਜਿਸ ਦੇ ਵਿੱਚ ਕਿ ਸਭ ਕੁਝ ਆਪਣਾ ਗੱਲਾਂ ਜੋ ਨੇ ਵਿਚਾਰੀਆਂ ਜਾਣਗੀਆਂ। ਤਾਂ ਇਸ ਸਭ ਬਾਰੇ ਤੁਸੀਂ ਕਿਵੇਂ ਦੇਖਦੇ ਹੋ? ਜਸਵੀਰ ਸਿੰਘ, ਦੇਖੋ, ਪੰਜਾਬੀਆਂ ਵਾਸਤੇ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੇ ਸਪੂਤ ਪਿਛਲੇ ਲੰਬੇ ਅਰਸੇ ਤੋਂ ਸਰਕਾਰੀ ਦਰਬਾਰੇ ਮਾਂ ਬੋਲੀ ਦਾ ਰੁਤਬਾ ਉੱਚਾ ਚੁੱਕਣ ਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਇਹ ਇੱਕ ਮੰਗ ਕਰਦੇ ਆ ਰਹੇ ਨੇ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜਾ ਸਰਕਾਰੀ ਕੰਮਕਾਜ ਆ ਉਹ ਮਾਂ ਬੋਲੀ ਪੰਜਾਬੀ ਦੇ ਵਿੱਚ ਕੀਤਾ ਜਾਵੇ। ਸਾਡੇ ਲਈ ਤਰਾਸਦੀ ਤੇ ਦੁੱਖ ਵਾਲੀ ਗੱਲ ਇਹੀ ਰਹੀ ਹੈ ਕਿ ਜਿਹੜਾ ਪੰਜਾਬੀ ਸੂਬਾ ਹੈ ਉਹ ਭਾਸ਼ਾ ਦੇ ਆਧਾਰ ਤੇ ਬਣਿਆ ਗਿਆ। ਹਰ ਸੂਬੇ ਦੇ ਵਿੱਚ ਆਪਣੀ ਜਿਹੜੀ ਬੋਲੀ ਆ ਉਹਨੂੰ ਬੜਾ ਹੀ ਮਾਣ ਤੇ ਤਾਣ ਨਾਲ ਉੱਚਾ ਚੁੱਕਿਆ ਜਾਂਦਾ ਤੇ ਉਹਦੀ ਪ੍ਰਫੁੱਲਤਾ ਲਈ ਬਹੁਤ ਸਾਰੇ ਕੰਮ ਕੀਤੇ ਜਾਂਦੇ ਨੇ। ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਾਣ ਬੁੱਝ ਕੇ ਇੱਕ ਸ਼ਾਸਨ ਦੇ ਤਹਿਤ ਜਿਹੜੀ ਮਾਂ ਬੋਲੀ ਪੰਜਾਬੀ ਆ ਉਹਨੂੰ ਇੱਥੇ ਅਣਗੌਲਿਆ ਕੀਤਾ ਗਿਆ। ਹੁਣ ਸਾਡੇ ਵਾਸਤੇ, ਪੰਜਾਬੀਆਂ ਵਾਸਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਅੱਜ ਇੱਥੇ ਪ੍ਰੋਗਰਾਮ ਕਰਵਾਇਆ ਗਿਆ, ਉਹਦੇ ਵਿੱਚ ਪ੍ਰਗਟ ਸਿੰਘ ਹੁਰਾਂ ਨੇ ਪੰਜਾਬੀ ਪ੍ਰੇਮੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਮਾਂ ਬੋਲੀ ਦਾ ਕੱਦ ਹੋਰ ਵਧਾਉਣ ਵਾਸਤੇ ਸੱਚਾ ਸਪੂਤ ਬਣ ਕੇ ਅੱਗੇ ਆਏ ਨੇ। ਉਹਨਾਂ ਨੇ ਕਿਹਾ ਕਿ ਪੰਜਾਬੀ ਬੋਲੀ ਵਾਸਤੇ ਰਾਜ ਭਾਸ਼ਾ ਕਮਿਸ਼ਨ ਬਣਾਉਣ ਦਾ ਅੱਜ ਉਹਨਾਂ ਨੇ ਐਲਾਨ ਕੀਤਾ ਹੈ। ਦੇਖੋ, ਅੱਜ ਤੱਕ ਇਹ ਪੰਜਾਬ ਦੇ ਵਿੱਚ ਅਜਿਹਾ ਕਮਿਸ਼ਨ ਨਹੀਂ ਤਾਂ। ਜੇ ਇਹ ਕਮਿਸ਼ਨ ਸਟੇਟ ਪੱਧਰ ਦਾ ਬਣੇਗਾ, ਨਾਲ ਦੀ ਨਾਲ ਉਹਨਾਂ ਨੇ ਇਹ ਜ਼ਿਲ੍ਹਾ ਪੱਧਰ ਤੇ ਵੀ ਕਿਹਾ। ਜਦੋਂ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਇੱਕ ਅਜਿਹਾ ਕਮਿਸ਼ਨ ਬਣ ਜਾਏਗਾ ਜਿਹਦੇ ਕੋਲ ਜੁਡੀਸ਼ੀਅਲ ਪਾਵਰਾਂ ਹੋਣਗੀਆਂ, ਫਿਰ ਜਿਹੜਾ ਵੀ ਕੋਈ ਮੁਲਾਜ਼ਮ, ਜਿਹੜਾ ਵੀ ਕੋਈ ਅਫਸਰ, ਜਿਹੜਾ ਵੀ ਕੋਈ ਦੁਕਾਨਦਾਰ ਜਾਂ ਕੋਈ ਫੈਕਟਰੀ ਵਾਲਾ ਜਾਂ ਜਿੱਥੇ ਵੀ ਪੰਜਾਬੀ ਮਾਂ ਬੋਲੀ ਨੂੰ ਜਾਣ ਬੁੱਝ ਕੇ ਅਣਦੇਖਾ ਕੀਤਾ ਜਾਵੇਗਾ, ਪੰਜਾਬੀ ਬੋਲੀ ਨੂੰ ਨੁਕਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਉਸ ਕਮਿਸ਼ਨ ਦੇ ਕੋਲ ਇੱਕ ਜੁਡੀਸ਼ੀਅਲ ਪਾਵਰਾਂ ਹੋਣਗੀਆਂ, ਉਹਦੇ ਕੋਲ ਇੱਕ ਸ਼ਕਤੀ ਹੋਵੇਗੀ ਕਿ ਇਹ ਉਹਨਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਕਰ ਸਕੇਗਾ। ਮੈਨੂੰ ਲੱਗਦਾ ਕਿ ਜੇ ਪਿੰਡਾਂ ਦੇ ਵਿੱਚ ਦੁਬਾਰਾ ਤੇ ਲਾਇਬ੍ਰੇਰੀਆਂ ਖੁੱਲਣਗੀਆਂ ਤਾਂ ਸਾਡੇ ਨੌਜਵਾਨਾਂ ਨੂੰ, ਸਾਡੇ ਪਿੰਡਾਂ ਦੀਆਂ ਮਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਇੱਕ ਚੰਗਾ ਸੰਸਕਾਰ ਪੈਦਾ ਕਰਨ ਵਾਸਤੇ, ਚੰਗੀ ਸੰਸਕ੍ਰਿਤੀ ਪੈਦਾ ਕਰਨ ਵਾਸਤੇ ਇੱਕ ਵਧੀਆ ਮੌਕਾ ਹੋਵੇਗਾ ਕਿ ਇੱਕ ਜਿਹੜੀ ਲਾਇਬ੍ਰੇਰੀ ਆ ਉਹ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਖੁੱਲ੍ਹ ਜਾਵੇਗੀ। ਸਾਡਾ ਜਿਹੜਾ ਇਤਿਹਾਸ ਆ ਉਹ ਤੋਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਸਿੱਖਿਅਕ ਹੋਵੇਗੀ, ਉਹਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਵੇਗਾ। ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਜਸਵੀਰ, ਜੇਕਰ ਕਿਸੇ ਸੂਬੇ ਦੀ ਬੋਲੀ ਨੂੰ ਮਾਰਨਾ ਹੋਵੇ, ਜੇਕਰ ਉਸ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਹੋਵੇ, ਤਾਂ ਉਹ ਤੋਂ ਜਿਹੜੀ ਮਾਂ ਬੋਲੀ ਆ ਉਹ ਖੋਹ ਲਈ ਜਾਵੇ, ਉਹ ਜਿਹੜੀ ਉਹਦੀ ਭਾਸ਼ਾ ਉਹ ਖੋਹ ਲਈ ਜਾਵੇ। ਇਸੇ ਕਰਕੇ ਲੰਬੇ ਸਮੇਂ ਤੋਂ ਜਿਹੜੇ ਪੰਜਾਬ ਦੇ ਉੱਪਰ ਜਿਹੜੇ ਪੰਜਾਬ ਦੇ ਜਿਹੜੇ ਹੋਰ ਆਪਣੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਖੋਹਣ ਦੇ ਯਤਨ ਕੀਤੇ ਜਾ ਰਹੇ ਨੇ। ਸਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇ ਬਹੁਜਨ ਸਮਾਜ ਨੂੰ ਲੈ ਕੇ ਬਿਆਨ ਸਾਹਮਣੇ ਆਇਆ, ਸਾਡੇ ਦਰਸ਼ਕਾਂ ਨੂੰ ਦੱਸੋ ਬਿਆਨ ਕੀ ਹੈ ਤੇ ਉਸ ਦੇ ਮਾਇਨੇ ਕੀ? ਦੇਖੋ ਜਸਵੀਰ ਸਿੰਘ, ਮੁੱਖ ਮੰਤਰੀ ਸਾਹਿਬ ਕੱਲ੍ਹ ਦੁਆਬੇ ਦੇ ਵਿੱਚ ਗਏ ਨੇ। ਦੁਆਬਾ ਖੇਤਰ ਇੱਕ ਪੰਜਾਬ ਦਾ ਅਜਿਹਾ ਖੇਤਰ ਹੈ ਜਿਹਦੇ ਵਿੱਚ ਜਿਹੜਾ ਐਸੀ ਭਾਈਚਾਰਾ ਹੈ ਉਹਨਾਂ ਦੀ ਸਭ ਤੋਂ ਵੱਧ ਜਿਹੜੀ ਵਸੋਂ ਆ, ਭਾਵੇਂ ਕਿ ਪੂਰੇ ਦੇਸ਼ ਵਿੱਚੋਂ ਸਭ ਨਾਲੋਂ ਜ਼ਿਆਦਾ ਜਿਹੜੀ ਵਸੋਂ ਆ ਉਹ ਪੰਜਾਬ ਦੇ ਵਿੱਚ ਆ, 34% ਆ। ਜੇ ਆਪਾਂ ਇਹਨਾਂ 34 ਦੇ ਵਿੱਚੋਂ ਵੀ ਗੱਲ ਕਰੀਏ ਵੀ ਸਮੁੱਚੇ ਪੰਜਾਬ ਦੇ ਵਿੱਚੋਂ ਕਿਹੜੇ ਹਿੱਸੇ ਦੇ ਵਿੱਚ ਜ਼ਿਆਦਾ ਹੈ, ਤਾਂ ਜਿਹੜਾ ਦੁਆਬਾ ਖੇਤਰ ਆ ਜਿਹਨੂੰ, ਉਹਦੇ ਵਿੱਚ ਐਸੀ ਭਾਈਚਾਰੇ ਦੀ ਵਸੋਂ ਜ਼ਿਆਦਾ ਹੈ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜਸਵੀਰ ਜੀ। ਹਾਂ ਸਰ, ਤੁਸੀਂ ਦੇਖਦੇ ਹੋ ਕਿ ਆਪਾਂ ਕਾਫੀ ਟਾਈਮ ਤੋਂ ਪੰਜਾਬ ਦੇ ਵਿੱਚ ਇੱਕ ਗੱਲ ਚੱਲਦੀ ਹੈ ਕਿ ਬਿਊਰੋਕ੍ਰੇਸੀ ਲੈਵਲ 'ਤੇ ਜਾਂ ਵੱਡੇ ਲੈਵਲ 'ਤੇ ਪੰਜਾਬੀ ਜੋ ਭਾਸ਼ਾ ਹੈ ਉਸ ਨੂੰ ਜੋ ਬਣਦਾ ਮਾਣ ਸਤਿਕਾਰ ਉਹ ਨਹੀਂ ਦਿੱਤਾ ਜਾਂਦਾ। ਤਾਂ ਇਸ ਸੰਬੰਧੀ ਅੱਜ ਪ੍ਰਗਟ ਸਿੰਘ ਹੋਣਾ ਨੇ ਕਿਹਾ ਕਿ ਉਹ ਇੱਕ ਕਮਿਸ਼ਨ ਲਿਆਉਣ ਜਾ ਰਿਹਾ, ਜੋ ਕਿ ਕਮਿਸ਼ਨ ਬਣਾਇਆ ਜਾਵੇਗਾ ਜਿਸ ਦੇ ਵਿੱਚ ਕਿ ਸਭ ਕੁਝ ਆਪਣਾ ਗੱਲਾਂ ਜੋ ਨੇ ਵਿਚਾਰੀਆਂ ਜਾਣਗੀਆਂ। ਤਾਂ ਇਸ ਸਭ ਬਾਰੇ ਤੁਸੀਂ ਕਿਵੇਂ ਦੇਖਦੇ ਹੋ? ਜਸਵੀਰ ਸਿੰਘ, ਦੇਖੋ, ਪੰਜਾਬੀਆਂ ਵਾਸਤੇ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਪੰਜਾਬੀ ਮਾਂ ਬੋਲੀ ਦੇ ਸਪੂਤ ਪਿਛਲੇ ਲੰਬੇ ਅਰਸੇ ਤੋਂ ਸਰਕਾਰੀ ਦਰਬਾਰੇ ਮਾਂ ਬੋਲੀ ਦਾ ਰੁਤਬਾ ਉੱਚਾ ਚੁੱਕਣ ਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਇਹ ਇੱਕ ਮੰਗ ਕਰਦੇ ਆ ਰਹੇ ਨੇ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜਾ ਸਰਕਾਰੀ ਕੰਮਕਾਜ ਆ ਉਹ ਮਾਂ ਬੋਲੀ ਪੰਜਾਬੀ ਦੇ ਵਿੱਚ ਕੀਤਾ ਜਾਵੇ। ਸਾਡੇ ਲਈ ਤਰਾਸਦੀ ਤੇ ਦੁੱਖ ਵਾਲੀ ਗੱਲ ਇਹੀ ਰਹੀ ਹੈ ਕਿ ਜਿਹੜਾ ਪੰਜਾਬੀ ਸੂਬਾ ਹੈ
ਉਹ ਭਾਸ਼ਾ ਦੇ ਆਧਾਰ ਤੇ ਬਣਿਆ ਗਿਆ। ਹਰ ਸੂਬੇ ਦੇ ਵਿੱਚ ਆਪਣੀ ਜਿਹੜੀ ਬੋਲੀ ਆ ਉਹਨੂੰ ਬੜਾ ਹੀ ਮਾਣ ਤੇ ਤਾਣ ਨਾਲ ਉੱਚਾ ਚੁੱਕਿਆ ਜਾਂਦਾ ਤੇ ਉਹਦੀ ਪ੍ਰਫੁੱਲਤਾ ਲਈ ਬਹੁਤ ਸਾਰੇ ਕੰਮ ਕੀਤੇ ਜਾਂਦੇ ਨੇ। ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਾਣ ਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਮਾਂ ਬੋਲੀ ਪੰਜਾਬੀ ਆ ਉਹਨੂੰ ਇੱਥੇ ਅਣਗੌਲਿਆ ਕੀਤਾ ਗਿਆ। ਪਿਛਲੇ ਲੰਬੇ ਸਮੇਂ ਤੇ ਚਾਹੇ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਹੋਵੇ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਹੋਵੇ, ਪੰਜਾਬੀ ਲੇਖਕ ਮੰਚ ਹੋਵੇ, ਚੰਡੀਗੜ੍ਹ ਪੰਜਾਬੀ ਮੰਚ ਹੋਵੇ ਤੇ ਹੋਰ ਜਿੰਨੇ ਵੀ ਪੰਜਾਬੀ ਨਾਲ ਸੰਬੰਧਿਤ ਜਿਹੜੀਆਂ ਸੰਸਥਾਵਾਂ ਨੇ ਉਹ ਵਾਰ-ਵਾਰ ਇਹ ਡਿਮਾਂਡ ਕਰਦੀਆਂ ਰਹੀਆਂ ਨੇ ਕਿ ਪੰਜਾਬੀ ਦੀ ਜਿਹੜੀ ਮਾਣ ਮਰਿਆਦਾ ਇਹ ਪੰਜਾਬੀ ਆ ਜਿਹੜੀ ਉਹਨੂੰ ਰਾਣੀ ਆ ਜਿਹੜਾ ਬਣਾ ਕੇ ਰੱਖਣ ਦੀ ਲੋੜ ਆ। ਦਫ਼ਤਰਾਂ ਦੇ ਵਿੱਚ ਜਿਹੜਾ ਮਾਣ ਸਨਮਾਨ ਹੋਣ ਦੀ ਜ਼ਰੂਰਤ ਆ। ਪਰ ਇਹ ਕਿਤੇ ਨਾ ਕਿਤੇ ਜਿਹੜੀ ਸਾਡੀ ਅਫਸਰਸ਼ਾਹੀ ਸੀ ਇਹ ਪੰਜਾਬੀ ਨੂੰ ਉਹ ਮਾਣ ਸਤਿਕਾਰ ਨਹੀਂ ਦੇ ਸਕੀ ਜਾਂ ਉਹ ਲਾਗੂ ਨਹੀਂ ਕਰਵਾ ਸਕੀ ਜਿਵੇਂ ਕਿ ਹੋਣੀ ਚਾਹੀਦੀ ਸੀ। ਹਾਲਾਂਕਿ ਰਾਜ ਭਾਸ਼ਾ ਐਕਟ ਆ ਜਿਹੜਾ ਉਹ ਬਣਿਆ ਹੋਇਆ। ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਹੋਰੀ ਹੋਏ ਨੇ ਜਦੋਂ ਪੰਜਾਬੀ ਸੂਬਾ ਹੋਂਦ ਵਿੱਚ ਆਇਆ, ਉਹ ਮੁੱਖ ਮੰਤਰੀ ਬਣੇ ਆ, ਉਹਨਾਂ ਨੇ ਰਾਜ ਭਾਸ਼ਾ ਐਕਟ ਬਣਾਇਆ। ਜਿੰਨੀ ਦੇਰ ਤਾਂ ਉਹ ਰਾਜ ਭਾਸ਼ਾ ਐਕਟ ਦੇ ਬਣਾਉਣ ਤੋਂ ਬਾਅਦ ਜਿੰਨੀ ਦੇਰ ਉਹ ਰਹੇ ਉਨੀ ਦੇਰ ਤੱਕ ਸਰਕਾਰੀ ਦਰਬਾਰੇ ਜਿਹੜੀ ਪੰਜਾਬੀ ਮਾਂ ਬੋਲੀ ਦਾ ਰੁਤਬਾ ਰਿਹਾ, ਮਾਣ ਸਤਿਕਾਰ ਰਿਹਾ, ਸਰਕਾਰੀ ਦਰਬਾਰੇ ਵਿੱਚ ਸਰਦਾਰੀ ਰਹੀ ਆ। ਪਰ ਹੌਲੀ-ਹੌਲੀ ਉਹ ਤੋਂ ਬਾਅਦ ਜਿਉਂ-ਜਿਉਂ ਸੱਤਾ ਪਰਿਵਰਤਨ ਹੁੰਦਾ ਗਿਆ, ਸਮਾਂ ਲੰਘਦਾ ਗਿਆ ਤੇ ਦੂਜੇ ਸੂਬਿਆਂ ਦੇ ਜਿਹੜੇ ਅਧਿਕਾਰੀ ਤੇ ਉਹ ਪੰਜਾਬ ਦੇ ਉੱਪਰ ਕਾਬਜ਼ ਹੁੰਦੇ ਰਹੇ। ਪੰਜਾਬ ਨੂੰ ਦੀ ਜਿਹੜੀ ਮਾਂ ਬੋਲੀ ਸੀ ਉਹਨੂੰ ਅਣਗੌਲਿਆ ਕੀਤਾ ਗਿਆ। ਉਹ ਹੁਣ ਪੰਜਾਬੀਆਂ ਦੇ ਵਾਸਤੇ ਜਿਹੜੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਸੱਚੇ ਸਪੂਤ ਨੇ, ਮੈਂ ਤਾਂ ਇਹੀ ਕਹਾਂਗਾ ਕਿ ਪ੍ਰਗਟ ਸਿੰਘ ਹੋਰਾਂ ਨੇ ਮਾਂ ਬੋਲੀ ਦੇ ਸਪੂਤ ਨੇ। ਉਹਨਾਂ ਨੇ ਜਿਹੜੀ ਪੰਜਾਬੀ ਬੋਲੀ ਵਾਸਤੇ ਪਿਛਲੇ ਲੰਬੇ ਸਮੇਂ ਤੇ ਹਾਦਾ ਨਾਰਾ ਮਾਰੇ ਤੇ ਉਹਨਾਂ ਲੋਕਾਂ ਦੀ ਆਵਾਜ਼ ਸੁਣੀ ਆ, ਉਹਨਾਂ ਲੋਕਾਂ ਦੀ ਘੂਕ ਸੁਣੀ ਆ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਜਿਹੜਾ ਐਕਟ ਬਣਿਆ ਹੋਇਆ, ਰਾਜ ਭਾਸ਼ਾ ਐਕਟ ਬਣਿਆ ਹੋਇਆ, ਉਹਦੇ ਵਿੱਚ ਸੋਧ ਕੀਤੀ ਆ। ਕਿਉਂਕਿ ਪੁਰਾਣੇ ਜਿਹੜਾ ਐਕਟ ਸੀਗਾ ਉਹਦੇ ਵਿੱਚ ਇੱਕ ਇਹ ਤਾਂ ਗੱਲ ਠੀਕ ਸੀ ਕਿ ਮਾਂ ਬੋਲੀ ਦਾ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਕੰਮ ਹੋਣੇ ਚਾਹੀਦੇ ਆ, ਰੁਤਬਾ ਜਿਹੜਾ ਬਹਾਲ ਹੋਣਾ ਚਾਹੀਦਾ। ਪਰ ਕਿਤੇ ਨਾ ਕਿਤੇ ਇਹ ਸੀ ਵੀ ਜਿਹੜੇ ਬੰਦੇ ਪੰਜਾਬੀ ਦੇ ਵਿੱਚ ਕੰਮ ਨਹੀਂ ਕਰਦੇ, ਸਰਕਾਰੀ ਦਫ਼ਤਰਾਂ ਵਿੱਚ ਅਣਗਹਿਲੀ ਕਰਦੇ ਨੇ, ਪੰਜਾਬੀ ਨੂੰ ਠੇਂਗਾ ਦਿਖਾਉਂਦੇ ਨੇ, ਉਹਨਾਂ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਉਹਦੇ ਸੰਬੰਧ ਵਿੱਚ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਦੇ ਜਿਹੜੇ ਵਾਸਤੇ ਕੰਮ ਕਰਦੇ ਆ, ਧਰਨੇ ਦਿੰਦੇ ਆ, ਪਿਛਲੇ ਧਰਨਾ ਵੀ ਦਿੱਤਾ ਗਿਆ। ਕੁਝ ਲੋਕਾਂ ਨੇ ਸਰਦਾਰ ਪ੍ਰਗਟ ਸਿੰਘ ਹੋਰਾਂ ਦੇ ਨਾਲ ਮੀਟਿੰਗਾਂ ਕੀਤੀਆਂ, ਉਹਨਾਂ ਨੂੰ ਸਾਰੀ ਗੱਲ ਸਮਝਾਈ ਕਿ ਤੇ ਕਿਵੇਂ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ। ਹੁਣ ਉਹਨਾਂ ਨੇ ਜਿਹੜਾ ਤਾਜ਼ਾ ਇਜਲਾਸ ਆ ਪੰਜਾਬ ਵਿਧਾਨ ਸਭਾ ਦਾ ਹੋ ਕੇ ਹਟਿਆ, ਉਹਦੇ ਵਿੱਚ ਇੱਕ ਐਕਟ ਆ ਜਿਹੜਾ ਬਣਿਆ ਉਹ 'ਚ ਸੋਧ ਲਿਆਂਦੀ ਕਿ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬ ਦੇ ਹਰੇਕ ਸਕੂਲ ਦੇ ਵਿੱਚ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਕਰ ਦਿੱਤਾ ਗਿਆ। ਚਾਹੇ ਉਹ CBS ਬੋਰਡ ਹੋਵੇ, ਚਾਹੇ ICI ਹੋਵੇ, ਚਾਹੇ ਪੰਜਾਬ ਸਕੂਲ ਸਿੱਖਿਆ ਬੋਰਡ ਹੋਵੇ, ਚਾਹੇ ਕੋਈ ਹੋਰ ਬੋਰਡ ਹੋਵੇ। ਜਿਹੜਾ ਸਕੂਲ ਪੰਜਾਬੀ ਭਾਸ਼ਾ ਨੂੰ ਦਾ ਸਬਜੈਕਟ ਨਹੀਂ ਪੜ੍ਹਾਵੇਗਾ ਤਾਂ ਉਹਦੇ ਉੱਪਰ ਘੱਟੋ ਘੱਟ 1 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਹੈ ਉਹਦਾ ਇੱਕ ਪ੍ਰਾਵਧਾਨ ਕਰ ਦਿੱਤਾ ਗਿਆ ਕਿ 1 ਲੱਖ ਰੁਪਇਆ ਜਿਹੜਾ ਜੁਰਮਾਨਾ ਹੈ ਉਹ ਸਕੂਲ ਨੂੰ ਲੱਗੇਗਾ। ਜੇਕਰ ਉਹ ਦੂਜੀ ਵਾਰੀ ਇਹੀ ਗਲਤੀ ਕਰਦਾ, ਸੈਕੰਡ ਟਾਈਮ ਅਟੈਂਪਟ ਕਰਦਾ, ਨਹੀਂ ਉਹ ਸਰਕਾਰ ਦੇ ਹੁਕਮਾਂ ਨੂੰ ਮੰਨਦਾ, ਤਾਂ ਫਿਰ ਉਹ ਜਿਹੜੀ ਰਾਸ਼ੀ ਆ ਉਹ 1.5 ਲੱਖ ਰੁਪਏ ਤੱਕ ਦੀ ਹੋ ਜਾਏਗੀ। ਜੇ 1.5 ਲੱਖ ਤੇ ਰਾਸ਼ੀ ਦਾ ਜੁਰਮਾਨਾ ਅਦਾ ਕਰਨ ਤੋਂ ਬਾਅਦ ਫਿਰ ਵੀ ਉਹ ਕਿਤੇ ਨਾ ਕਿਤੇ ਅਣਗਹਿਲੀ ਕਰਦਾ ਹੈ ਤਾਂ ਉਹਨੂੰ ਤੀਜੀ ਵਾਰੀ 2 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਉਹ ਕੀਤਾ ਜਾਵੇਗਾ। ਇਹ ਆਪਣੇ ਆਪ ਦੇ ਵਿੱਚ ਹੁਣ ਪੰਜਾਬੀ ਬੋਲੀ ਨੂੰ ਮਾਣ ਤਾਣ ਰੱਖਣ ਵਾਸਤੇ, ਪੰਜਾਬੀ ਬੋਲੀ ਦੀ ਬਹਾਲੀ ਵਾਸਤੇ ਇਹ ਇੱਕ ਕੰਮ ਆ ਜਿਹੜਾ ਫੈਸਲਾ ਕੀਤਾ ਗਿਆ। ਜਿਹੜੀ ਦੂਜੀ ਸੋਧ ਕੀਤੀ ਗਈ ਆ ਉਹ ਇਹ ਕੀਤੀ ਗਈ ਆ ਕਿ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਬਾਬੂ ਹੁੰਦੇ ਨੇ ਜਾਂ ਜਿਹੜੇ ਕਲਰਕ ਨੇ, ਸੀਨੀਅਰ ਅਸਿਸਟੈਂਟ ਨੇ, ਵੱਡੇ ਅਫਸਰ ਨੇ, ਉਹ ਕੀ ਕਰਦੇ ਨੇ ਕਿ ਸਰਕਾਰੀ ਫਾਈਲਾਂ ਦੇ ਵਿੱਚ ਜਿਹੜੀ ਨੋਟਿੰਗ ਦਿੰਦੇ ਨੇ ਜਾਂ ਕੰਮ ਕਰਦੇ ਨੇ ਜਾਂ ਹੁਕਮ ਕਰਦੇ ਨੇ, ਆਰਡਰ ਕੱਢਦੇ ਨੇ, ਆਦੇਸ਼ ਦਿੰਦੇ ਨੇ, ਉਹ ਕਿਤੇ ਨਾ ਕਿਤੇ ਫਿਰ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਕੱਢਦੇ ਨੇ। ਉਹਦੇ ਨਾਲ ਕੀ ਹੁੰਦਾ ਕਿ ਜੋ ਕੰਮ, ਜੋ ਸਰਦਾਰੀ ਜਿਹੜੀ ਬਹਾਲ ਹੋਣੀ ਚਾਹੀਦੀ ਸੀ ਉਹ ਪੰਜਾਬੀ ਦੇ ਵਿੱਚ ਹੋ ਨਹੀਂ ਸਕੀ। ਹੁਣ ਉਹਦੇ ਵਾਸਤੇ ਵੀ ਇਹ ਇੱਕ ਜਿਹੜਾ ਨਿਯਮਾਂ ਦੇ ਵਿੱਚ ਸੋਧ ਕੀਤੀ ਗਈ ਹੈ ਕਿ ਜਿਹੜਾ ਅਧਿਕਾਰੀ ਪੰਜਾਬੀ ਦੇ ਵਿੱਚ ਕੰਮ ਨਹੀਂ ਕਰੂਗਾ ਉਹਨੂੰ ਪਹਿਲੀ ਵਾਰੀ 500 ਰੁਪਏ ਦਾ ਜਿਹੜੀ ਸਜ਼ਾ ਉਹ ਦਿੱਤੀ ਜਾਵੇਗੀ, ਜੁਰਮਾਨਾ। ਤੇ ਨਾਲ ਦੀ ਨਾਲ ਜਿਹੜੀ ਉਹਦੀ ਬੁੱਕ ਆ ਉਹਦੇ ਵਿੱਚ ਵੀ ਇਹ ਲਿਖਿਆ ਜਾਵੇਗਾ ਕਿ ਇਹਦੇ ਵਿੱਚ ਜਿਹੜੇ ਕਿ ਉਹਨਾਂ ਨੇ ਪੰਜਾਬੀ ਪ੍ਰਤੀ ਉਹ ਕਰੀ। ਜਦੋਂ ਉਹਦੀ ਜਿਹੜੀ ਸਾਲਾਨਾ ਇਨਕਰੀਮੈਂਟ ਲੱਗਣੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਰੈੱਡ ਐਂਟਰੀ ਹੋਈ ਹੋਵੇਗੀ ਤਾਂ ਕਿਤੇ ਨਾ ਕਿਤੇ ਉਹਦਾ ਜ਼ਰੂਰ ਨੁਕਸਾਨ ਹੋਵੇਗਾ।
ਇਸ ਕਰਕੇ ਪਹਿਲੀ ਵਾਰੀ 500 ਰੁਪਇਆ, ਦੂਜੀ ਵਾਰੀ ਜੇ ਉਹ ਫੇਰ ਕਰਦਾ ਉਹਨੂੰ 1000 ਰੁਪਇਆ, ਤੀਜੀ ਫੇਰ ਉੱਤੇ ਬਾਅਦ ਇਹ ਜਿਹੜੀ ਰਾਸ਼ੀ ਆ ਲਗਾਤਾਰ ਵੱਧਦੀ ਜਾਵੇਗੀ। ਆਪਣੇ ਆਪ ਦੇ ਵਿੱਚ ਇਹ ਇੱਕ ਵੱਡਾ ਸਰਕਾਰੀ ਮੁਲਾਜ਼ਮਾਂ ਨੂੰ ਵੀ ਝਟਕਾ ਹੋਵੇਗਾ। ਭਾਵੇਂ ਕਿ ਤੁਸੀਂ ਇਹ ਸੋਚਦੇ ਹੋਵੋਗੇ ਜਾਂ ਸਾਡੇ ਦਰਸ਼ਕ ਇਹ ਸੋਚਦੇ ਹੋਣਗੇ ਵੀ 500 1000 1500 2000 ਰੁਪਇਆ ਕੋਈ ਵੱਡੀ ਗੱਲ ਨਹੀਂ ਹੈਗੀ। ਇੱਕ ਮੁਲਾਜ਼ਮ ਆ ਜਿਹੜਾ 60000 50000 70000 80000 ਤਨਖਾਹ ਲੈਂਦਾ ਵੀ ਉਹ ਜੇ ਉਹਨੂੰ ਕਦੇ 2000 ਜੁਰਮਾਨਾ ਵੀ ਲੱਗ ਗਿਆ ਉਹ ਅਦਾ ਕਰ ਦੇਗਾ। ਗੱਲ 2000 ਜੁਰਮਾਨੇ ਦੀ ਨਹੀਂ, ਜਿਹੜੀ ਉਹਦੀ ਕੌਨਫੀਡੈਂਸ ਬੁੱਕ ਹੁੰਦੀ ਆ, ਜਿਹੜੀ ਆਪਾਂ ਜਿਹਨੂੰ ਸਾਲਾਨਾ ACR ਲਿਖੀ ਕਹਿੰਦੇ ਆ, ਜਿਹਨੂੰ ਆਪਾਂ ਜਦੋਂ ਉਹਦੇ ਵਿੱਚ ਰੈੱਡ ਐਂਟਰੀ ਹੁੰਦੀ ਆ, ਉਹਦੇ ਵਿੱਚ ਕੁਝ ਲਿਖਿਆ ਜਾਂਦਾ ਹੈ ਕਿ ਜੁਰਮਾਨਾ ਹੋਇਆ, ਉਹ ਮੁਲਾਜ਼ਮ ਵਾਸਤੇ ਸਭ ਤੋਂ ਵੱਡੀ ਖਤਰਨਾਕ ਹੁੰਦੀ ਆ। ਕਿਉਂਕਿ ਜਦੋਂ ਕੋਈ ਸਾਲਾਨਾ ਤਰੱਕੀ ਮਿਲਣੀ ਆ, ਜਦੋਂ ਕੋਈ ਪ੍ਰਮੋਸ਼ਨ ਹੋਣੀ ਆ, ਤਾਂ ਜਿਹੜੀ ਉਹਦੀ ACR ਆ ਉਹਨੂੰ ਦੇਖਿਆ ਜਾਂਦਾ ਹੈ ਕਿ ACR ਦੇ ਵਿੱਚ ਉਹਨੂੰ ਕਿੰਨੇ ਨੰਬਰ ਮਿਲੇ ਹੋਏ ਨੇ, ACR ਦੇ ਵਿੱਚ ਉਸ ਮੁਲਾਜ਼ਮ ਦੀ ਕੀ ਉਹਦੀ ਪ੍ਰਾਪਤੀਆਂ, ਕੀ ਉਹਦੀਆਂ ਨਲਾਇਕੀਆਂ, ਕੀ ਉਹਨੇ ਕਿੱਦਾਂ ਦੇ ਕੰਮ ਕੀਤੇ ਹੋਏ, ਉਹਨਾਂ ਦੇ ਲੋਕਾਂ ਦੇ ਨਾਲ ਬਿਹੇਵੀਅਰ ਕਿਵੇਂ ਆ, ਸਰਕਾਰ ਦੀਆਂ ਪਾਲਿਸੀਆਂ ਨੂੰ ਕਿਸ ਢੰਗ ਨਾਲ ਲਾਗੂ ਕਰਦਾ, ਇਹ ਸਾਰਾ ਕੁਝ ਉਹ 'ਚ ਲਿਖਿਆ ਜਾਂਦਾ। ਇਸ ਕਰਕੇ ਕਿਤੇ ਨਾ ਕਿਤੇ ਫਿਰ ਉਹਦੀ ਜਿਹੜੀ ਅਗਲੀ ਤਰੱਕੀ ਹੋਣੀ ਆ ਉਹਦੇ ਵਿੱਚ ਵੀ ਉਹ ਖੜੋਤ ਆ ਜਿਹੜੀ ਪੈਦਾ ਹੋ ਸਕਦੀ ਆ। ਇਸ ਕਰਕੇ ਅੱਜ ਜਿਹੜੀ ਇਹ ਸੋਧ ਕੀਤੀ ਸੀਗੀ, ਹੁਣ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਅੱਜ ਇੱਥੇ ਪ੍ਰੋਗਰਾਮ ਕਰਵਾਇਆ ਗਿਆ, ਉਹਦੇ ਵਿੱਚ ਪ੍ਰਗਟ ਸਿੰਘ ਹੁਰਾਂ ਨੇ ਪੰਜਾਬੀ ਪ੍ਰੇਮੀਆਂ ਨੂੰ ਇੱਕ ਇਹ ਵੱਡਾ ਤੋਹਫਾ ਦਿੱਤਾ ਹੈ। ਮਾਂ ਬੋਲੀ ਦਾ ਕੱਦ ਹੋਰ ਵਧਾਉਣ ਵਾਸਤੇ ਸੱਚਾ ਸਪੂਤ ਬਣ ਕੇ ਅੱਗੇ ਆਏ ਨੇ। ਉਹਨਾਂ ਨੇ ਕਿਹਾ ਕਿ ਪੰਜਾਬੀ ਬੋਲੀ ਵਾਸਤੇ ਰਾਜ ਭਾਸ਼ਾ ਕਮਿਸ਼ਨ ਬਣਾਉਣ ਦਾ ਅੱਜ ਉਹਨਾਂ ਨੇ ਐਲਾਨ ਕੀਤਾ ਹੈ। ਦੇਖੋ, ਅੱਜ ਤੱਕ ਇਹ ਪੰਜਾਬ ਦੇ ਵਿੱਚ ਅਜਿਹਾ ਕਮਿਸ਼ਨ ਨਹੀਂ ਤਾ। ਜੇ ਇਹ ਕਮਿਸ਼ਨ ਸਟੇਟ ਪੱਧਰ ਦਾ ਬਣੇਗਾ, ਨਾਲ ਦੀ ਨਾਲ ਉਹਨਾਂ ਨੇ ਇਹ ਜ਼ਿਲ੍ਹਾ ਪੱਧਰ 'ਤੇ ਵੀ ਕਿਹਾ। ਜਦੋਂ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ 'ਤੇ ਇੱਕ ਅਜਿਹਾ ਕਮਿਸ਼ਨ ਬਣ ਜਾਏਗਾ ਜਿਹਦੇ ਕੋਲ ਜੁਡੀਸ਼ੀਅਲ ਪਾਵਰਾਂ ਹੋਣਗੀਆਂ, ਫਿਰ ਜਿਹੜਾ ਵੀ ਕੋਈ ਮੁਲਾਜ਼ਮ, ਜਿਹੜਾ ਵੀ ਕੋਈ ਅਫਸਰ, ਜਿਹੜਾ ਵੀ ਕੋਈ ਦੁਕਾਨਦਾਰ ਜਾਂ ਕੋਈ ਫੈਕਟਰੀ ਵਾਲਾ ਜਾਂ ਜਿੱਥੇ ਵੀ ਪੰਜਾਬੀ ਮਾਂ ਬੋਲੀ ਨੂੰ ਜਾਣ ਬੁੱਝ ਕੇ ਅਣਦੇਖਾ ਕੀਤਾ ਜਾਵੇਗਾ, ਪੰਜਾਬੀ ਬੋਲੀ ਨੂੰ ਨੁੱਕਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਉਸ ਕਮਿਸ਼ਨ ਦੇ ਕੋਲ ਇੱਕ ਜੁਡੀਸ਼ੀਅਲ ਪਾਵਰਾਂ ਹੋਣਗੀਆਂ, ਉਹਦੇ ਕੋਲ ਇੱਕ ਸ਼ਕਤੀ ਹੋਵੇਗੀ ਕਿ ਇਹ ਉਹਨਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਕਰ ਸਕੇਗਾ। ਫਿਰ ਉਹ ਕਮਿਸ਼ਨ ਕੋਲ ਜਦੋਂ ਕਾਰਵਾਈ ਕੀਤੀ ਜਾਵੇਗੀ ਤਾਂ ਉਸ ਕਮਿਸ਼ਨ ਦੀ ਜਿਹੜੀ ਆਰਡਰ ਹੋਣਗੇ, ਉਸ ਕਮਿਸ਼ਨ ਵੱਲੋਂ ਫੈਸਲੇ ਹੋਣਗੇ, ਉਹਨੂੰ ਵੀ ਅਗਲੀ ਜਿਹੜੀ ਹਾਈ ਕੋਰਟ ਜਾਂ ਸੁਪਰੀਮ ਕੋਰਟ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਜਿਹਾ ਉਹ ਇੱਕ ਪ੍ਰਾਵਧਾਨ ਕੀਤਾ ਜਾਵੇਗਾ ਵੀ ਕਮਿਸ਼ਨ ਵੱਲੋਂ ਲਏ ਹੋਏ ਫੈਸਲੇ ਨੂੰ ਸਿਰਫ ਹਾਈ ਕੋਰਟ ਤੱਕ ਜਿਹੜੀ ਚੈਲੰਜ ਕੀਤਾ ਜਾ ਸਕੇ। ਇਸ ਢੰਗ ਨਾਲ ਕੀ ਹੋਵੇਗਾ, ਜਦੋਂ ਕੋਈ ਉਹ ਕਮਿਸ਼ਨ ਨੇ ਫੈਸਲਾ ਲਿਆ, ਕੱਲ੍ਹ ਨੂੰ ਜਦੋਂ ਫਿਰ ਮੁਲਾਜ਼ਮ ਜਾਂ ਕੋਈ ਦੁਕਾਨਦਾਰ ਜਾ ਕੇ ਹਾਈ ਕੋਰਟ ਵਿੱਚ ਜਾਵੇਗਾ, ਪਹਿਲੀ ਗੱਲ ਤਾਂ ਉਹ ਬਹੁਤ ਵੱਡੀ ਖੱਜਲ ਖੁਆਰੀ ਹੋਵੇਗੀ। ਹਾਈ ਕੋਰਟ ਦੇ ਵਿੱਚ ਛੇਤੀ ਕੇਸ ਆ, ਤੁਹਾਨੂੰ ਪਤਾ ਹੀ ਵੀ ਹਾਈ ਕੋਰਟ ਦੇ ਵਿੱਚ ਕਿਵੇਂ ਲੱਗਦੇ ਨੇ, ਕਿਵੇਂ ਵਕੀਲਾਂ ਨੂੰ ਫੀਸਾਂ ਦੇਣੀਆਂ ਪੈਂਦੀਆਂ। ਇਸ ਡਰ ਦੇ ਨਾਲ ਤਾਂ ਜਿਹੜਾ ਕੰਮ ਆ ਉਹ ਬੰਦੇ ਜਿਹੜੇ ਹੋਣਗੇ ਸੱਚਮੁੱਚ ਪੰਜਾਬੀ ਦੇ ਵਿੱਚ ਕਰਨਗੇ, ਕਿਉਂਕਿ ਜਦੋਂ ਤੱਕ ਅਸੀਂ ਸੱਚ ਨੂੰ ਸੱਚ ਨਹੀਂ ਕਹਿੰਦੇ, ਝੂਠ ਨੂੰ ਝੂਠ ਨਹੀਂ ਕਹਿੰਦੇ, ਪੰਜਾਬੀ ਮਾਂ ਬੋਲੀ ਦਾ ਜਿਹੜਾ ਰੁਤਬਾ ਹੈ, ਪੰਜਾਬੀ ਮਾਂ ਬੋਲੀ ਨੂੰ ਦਾ ਕੱਦ ਉੱਚਾ ਕਰਨ ਵਾਸਤੇ ਅਸੀਂ ਸਹੀ ਮਿਹਨਤ 'ਚ ਕੰਮ ਨਹੀਂ ਕਰਦੇ, ਜਾਂ ਉਹਨਾਂ ਦੇ ਮਨਾਂ ਦੇ ਵਿੱਚ, ਲੋਕਾਂ ਦੇ ਵਿੱਚ ਕੁਝ ਕਰਨ ਦਾ ਇੱਕ ਡਰ ਨਾ ਹੋਵੇ, ਉਦੋਂ ਤੱਕ ਕੁਝ ਨਹੀਂ ਹੁੰਦਾ। ਕਿਉਂਕਿ ਕਾਨੂੰਨ ਦਾ ਇੱਕ ਡਰ ਹੋਣਾ ਚਾਹੀਦਾ। ਸਾਡੇ ਕੋਲ ਪੁਲਿਸ ਆ, CBI ਆ, AD ਆ, ਜਾਂ ਹੋਰ INA ਆ, ਕਿੰਨੀਆਂ ਏਜੰਸੀਆਂ, ਉਹ ਇਸੇ ਕਰਕੇ ਏਜੰਸੀਆਂ ਦਾ ਡਰ ਆ ਕਿ ਜੇਕਰ ਕੋਈ 19 ਕੀ ਗੱਲ ਹੋ ਗਈ ਤਾਂ ਇਹ ਏਜੰਸੀ ਸਾਡੇ ਕੋਲ ਇਹ ਕੰਮ ਆ ਜਿਹੜਾ ਕੰਮ ਕਰ ਸਕਦੀ ਆ। ਇਸ ਕਰਕੇ ਜਿਹੜਾ ਇਹ ਅੱਜ ਉਹਨਾਂ ਨੇ ਪ੍ਰਗਟ ਸਿੰਘ ਉਹਨਾਂ ਨੇ ਵੱਡਾ ਐਲਾਨ ਕੀਤਾ ਕਿ ਪੰਜਾਬੀ ਰਾਜ ਭਾਸ਼ਾ ਕਮਿਸ਼ਨ ਬਣਾਇਆ ਜਾਵੇਗਾ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਆ, ਅਤੇ ਸਾਡੇ ਲਈ ਇਹ ਦੂਰੀ ਖੁਸ਼ੀ ਵਾਲੀ ਗੱਲ ਇਹ ਆ, ਇੱਕ ਪੰਜਾਬੀ ਹੋਣ ਦੇ ਨਾਤੇ, ਦੂਜਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ, ਪ੍ਰਧਾਨ ਹੋਣ ਦੇ ਨਾਤੇ ਇਹ ਵੀ ਖੁਸ਼ੀ ਵਾਲੀ ਗੱਲ ਆ ਕਿ ਪ੍ਰਗਟ ਸਿੰਘ ਹੋਰਾਂ ਨੇ ਜਿਹੜਾ ਇਹ ਫੈਸਲਾ ਲਿੱਤਾ, ਇਹ ਸਾਡੇ ਯੂਨੀਅਨ ਵੱਲੋਂ ਇੱਥੇ ਕਰਵਾਏ ਗਏ ਸਮਾਗਮ ਦੇ ਦੌਰਾਨ ਇਹ ਐਡਾ ਵੱਡਾ ਇੱਕ ਫੈਸਲਾ ਲਿੱਤਾ, ਪੰਜਾਬੀਆਂ ਨੂੰ, ਪੰਜਾਬੀ ਮਾਂ ਬੋਲੀ ਦੇ ਪੁੱਤਰਾਂ ਨੂੰ ਇੱਕ ਵੱਡਾ ਮਾਣ ਅਤੇ ਸਤਿਕਾਰ ਦਿੱਤਾ ਹੈ। ਹਾਂਜੀ ਹਾਂ ਸਰ, ਇਸ ਦੌਰਾਨ ਪ੍ਰਗਟ ਸਿੰਘ ਹੋਰਾਂ ਨੇ ਇੱਕ ਲਾਇਬ੍ਰੇਰੀ ਐਕਟ ਦੀ ਵੀ ਗੱਲ ਕੀਤੀ ਸੀ, ਉਸ ਬਾਰੇ ਤੁਸੀਂ ਦੱਸੋ। ਹਾਂ ਬਿਲਕੁਲ, ਦੇਖੋ ਉਹਨਾਂ ਨੇ ਜਿਹੜੇ ਪ੍ਰਗਟ ਸਿੰਘ ਹੋਰਾਂ ਨੇ ਇੱਕ ਜ਼ਮੀਨ ਨਾਲ ਜੁੜੇ ਹੋਏ ਨੇਤਾ ਨੇ। ਦੇਖੋ, ਜਦੋਂ ਅਕਾਲੀ ਦਲ ਦੇ ਵਿੱਚ ਵੀ ਰਹੇ ਨੇ, ਇੱਕ ਵਿਧਾਇਕ ਹੋਣ ਦੇ ਨਾਤੇ ਉਹ ਪੰਜਾਬ ਦੇ ਜਿਹੜੇ ਲੋਕਲ ਮੁੱਦੇ ਨੇ, ਪੰਜਾਬ ਦਾ ਜਿਹੜਾ ਸਿਸਟਮ ਜੋ ਵਿਗੜਿਆ ਹੋਇਆ, ਉਹਨੂੰ ਬਹਾਲੀ ਵਾਸਤੇ ਸੱਚਮੁੱਚ ਜੋ ਢਾਂਚਾ ਸਾਡਾ ਵਿਗੜਿਆ ਹੋਇਆ ਉਹਨੂੰ ਠੀਕ ਕਰਨ ਵਾਸਤੇ ਉਹ ਸਮੇਂ-ਸਮੇਂ ਬੋਲਦੇ ਰਹੇ ਨੇ। ਜਦੋਂ ਕਾਂਗਰਸ ਦੇ ਵਿੱਚ ਵੀ ਆਏ ਨੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਹੁਣ ਚਰਨਜੀਤ ਸਿੰਘ ਚੰਨੀਆ, ਫਿਰ ਵੀ ਉਹ ਸਮੁੱਚੇ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਨੇ ਕਿ ਸਿਸਟਮ ਬਦਲਣ ਦੀ ਜ਼ਰੂਰਤ ਆ। ਉਹ ਵਾਰ-ਵਾਰ ਕਿਰਦਾਰ ਦੀ ਗੱਲ ਕਰਦੇ ਨੇ ਕਿ ਬੰਦੇ ਨੂੰ ਆਪਣਾ ਕਿਰਦਾਰ ਆ ਜਿਹੜਾ ਉਹ ਉੱਚਾ ਕਰਨ ਦੀ ਗੱਲ ਕਰਦੇ ਨੇ, ਨਜ਼ਰੀਆ ਬਦਲਣ ਦੀ ਗੱਲ ਕਰਦੇ ਨੇ। ਉਹ ਹਮੇਸ਼ਾ ਭਾਵੇਂ ਕਿ ਮੰਤਰੀ ਹੁਣ ਮਹੀਨੇ 2 ਮਹੀਨੇ ਤੋਂ ਬਣੇ ਨੇ, ਪਰ ਉਹਨਾਂ ਹਮੇਸ਼ਾ ਉਹ ਕੰਮ ਕਰਨਾ ਚਾਹੁੰਦੇ ਨੇ ਕਿ ਤਾਂ ਕਿ ਸਮੁੱਚਾ ਜਿਹੜਾ ਪੰਜਾਬ ਆ
ਪੰਜਾਬ ਦੀ ਜਿਹੜੀ ਅਰਥ ਵਿਵਸਥਾ ਹੈ, ਪੰਜਾਬ ਦਾ ਜਿਹੜਾ ਪੌਣ ਪਾਣੀ ਆ ਜਾਂ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਨੂੰ ਰੁਜ਼ਗਾਰ ਦਿੱਤਾ ਜਾ ਸਕੇ, ਉਹਨੂੰ ਪੈਰਾਂ ਤੇ ਖੜਾ ਕੀਤਾ ਜਾ ਸਕੇ, ਪੰਜਾਬ ਨੂੰ ਫਿਰ ਤੇ ਬਦਲਿਆ ਜਾ ਸਕੇ, ਉਸ ਪਾਸੇ ਵੱਲ ਨੂੰ ਉਹ ਵਧ ਰਹੇ ਨੇ। ਇਸੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਇੱਕ ਲਾਇਬ੍ਰੇਰੀ ਖੋਲਾਂਗੇ, ਲਾਇਬ੍ਰੇਰੀ ਐਕਟ ਲੈ ਕੇ ਆਵਾਂਗੇ, ਤਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਇੱਕ ਲਾਇਬ੍ਰੇਰੀ ਖੋਲ੍ਹਣੀ ਲਾਜ਼ਮੀ ਹੋ ਜਾਵੇਗੀ। ਅੱਜ ਇਹ ਸਾਡੇ ਵਾਸਤੇ ਤਰਾਸਦੀ ਦੀ ਗੱਲ ਆ ਕਿ ਸਾਰੇ ਭਾਰਤ ਵਿੱਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿਹਦੇ ਵਿੱਚ ਲਾਇਬ੍ਰੇਰੀ ਐਕਟ ਨਹੀਂ। ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਚਾਹੇ ਆਰਡੀਨੈਂਸ ਲੈ ਕੇ ਆਉਣ, ਚਾਹੇ ਇਹਦੇ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕਰਨ, ਵੀ ਉਹ ਹੋ ਜਾਏਗਾ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਜਗ੍ਹਾ ਲਾਇਬ੍ਰੇਰੀ ਖੁੱਲ੍ਹੇਗੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੈਂ ਵੱਡੇ ਵੱਡੇ ਖੇਡ ਸਟੇਡੀਅਮ ਬਣਾਉਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੈਂ ਚਾਹੁੰਦਾ ਕਿ ਇੱਕ ਖੇਡ ਪਾਰਕ ਬਣੇ ਜਿੱਥੇ ਨਿਆਣੇ ਆ ਕੇ, ਬੱਚੇ ਆ ਕੇ, ਵਿਦਿਆਰਥੀ ਆ ਕੇ, ਨੌਜਵਾਨ ਆ ਕੇ ਪ੍ਰੈਕਟਿਸ ਕਰਨ, ਨਾਲੇ ਇੱਕ ਕਮਰਾ 2 ਕਮਰੇ ਬਣੇ ਹੋਏ ਹੋਣ ਜਿੱਥੇ ਲਾਇਬ੍ਰੇਰੀ ਹੋਵੇ। ਉੱਥੇ ਆ ਕੇ ਜੇਕਰ ਉਹਨੇ ਦਮ ਲੈਣਾ, ਕੋਈ ਰਾਹਤ ਲੈਣੀ ਆ, ਤਾਂ ਉੱਥੇ ਬੈਠ ਕੇ ਉਹ ਕੋਈ ਸਮੇਂ ਕਿਤਾਬਾਂ ਪੜ੍ਹ ਲੈਣ, ਚਾਹੇ ਉਹ ਖੇਡਾਂ ਨਾਲ ਸੰਬੰਧਿਤ ਹੋਵੇ, ਚਾਹੇ ਇਤਿਹਾਸ ਨਾਲ ਹੋਵੇ। ਇਹ ਉਹਨਾਂ ਦਾ ਇੱਕ ਚੰਗੀ ਸੋਚ ਹੈ, ਚੰਗਾ ਸਟੈਪ ਆ। ਇਸ ਕਰਕੇ ਜੇਕਰ ਮੈਨੂੰ ਲੱਗਦਾ ਕਿ ਜੇ ਪਿੰਡਾਂ ਦੇ ਵਿੱਚ ਦੁਬਾਰਾ ਤੇ ਲਾਇਬ੍ਰੇਰੀਆਂ ਖੁੱਲ੍ਹਣਗੀਆਂ ਤਾਂ ਸਾਡੇ ਨੌਜਵਾਨਾਂ ਨੂੰ, ਸਾਡੇ ਪਿੰਡਾਂ ਦੀਆਂ ਮਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਇੱਕ ਚੰਗਾ ਸੰਸਕਾਰ ਪੈਦਾ ਕਰਨ ਵਾਸਤੇ, ਚੰਗੀ ਸੰਸਕ੍ਰਿਤੀ ਪੈਦਾ ਕਰਨ ਵਾਸਤੇ ਇੱਕ ਵਧੀਆ ਮੌਕਾ ਹੋਵੇਗਾ ਕਿ ਇੱਕ ਜਿਹੜੀ ਲਾਇਬ੍ਰੇਰੀ ਆ ਉਹ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਖੁੱਲ੍ਹ ਜਾਵੇਗੀ। ਸਾਡਾ ਜਿਹੜਾ ਇਤਿਹਾਸ ਆ ਉਹ ਤੋਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਸਿੱਖਿਅਕ ਹੋਵੇਗੀ, ਉਹਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਵੇਗਾ। ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਜਸਵੀਰ, ਜੇਕਰ ਕਿਸੇ ਸੂਬੇ ਦੀ ਬੋਲੀ ਨੂੰ ਮਾਰਨਾ ਹੋਵੇ, ਜੇਕਰ ਉਸ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਹੋਵੇ, ਤਾਂ ਉਹ ਤੋਂ ਜਿਹੜੀ ਮਾਂ ਬੋਲੀ ਆ ਉਹ ਖੋਹ ਲਈ ਜਾਵੇ, ਉਹ ਤੋਂ ਜਿਹੜੀ ਉਹਦੀ ਭਾਸ਼ਾ ਉਹ ਖੋਹ ਲਈ ਜਾਵੇ। ਇਸੇ ਕਰਕੇ ਲੰਬੇ ਸਮੇਂ ਤੋਂ ਜਿਹੜੇ ਪੰਜਾਬ ਦੇ ਉੱਪਰ ਜਿਹੜੇ ਪੰਜਾਬ ਦੇ ਜਿਹੜੇ ਹੋਰ ਆਪਣੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਖੋਹਣ ਦੇ ਯਤਨ ਕੀਤੇ ਜਾ ਰਹੇ ਨੇ। ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਮਾਂ ਬੋਲੀ ਆ, ਪੰਜਾਬੀ ਆ, ਉਹਦਾ ਵੀ ਮਲੀਆਂ ਮੇਟ ਕਰਨ ਦੀ, ਉਹਨੂੰ ਵੀ ਖਤਮ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ, ਇਹ ਚੰਗੀ ਗੱਲ ਆ ਕਿ ਹੁਣ ਪ੍ਰਗਟ ਸਿੰਘ ਹੋਰਾਂ ਨੇ ਪੰਜਾਬੀ ਬੋਲੀ ਦਾ, ਪੰਜਾਬੀ ਭਾਸ਼ਾ ਦਾ, ਮਾਂ ਦਾ, ਸਾਡੀ ਦਾ ਰੁਤਬਾ ਉੱਚਾ ਚੁੱਕਣ ਲਈ ਹੰਬਲਾ ਮਾਰਿਆ। ਅਸੀਂ ਉਹਨਾਂ ਦੇ ਦਿਲੋਂ ਧੰਨਵਾਦੀ ਵੀ ਹਾਂ। ਅੰਸਰ, ਇੱਕ ਅਕਾਲੀ ਵਿਧਾਇਕ ਨੇ ਮਨਪ੍ਰੀਤ ਸਿੰਘ ਇਆਲੀ, ਉਹਨਾਂ ਦੇ ਘਰ ਅੱਜ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਤਾਂ ਸਾਡੇ ਨੂੰ ਦੱਸੋ ਕਿ ਸਭ ਮਤਲਬ ਕਿ ਕਿਸ ਕਾਰਨ ਕਰਕੇ ਹੋ ਰਿਹਾ? ਦੇਖੋ ਆਪਣਾ ਜਸਵੀਰ, ਜਦੋਂ ਵੀ ਕੋਈ ਚੋਣਾਂ ਨੇੜੇ ਆਉਂਦੀਆਂ, ਜਦੋਂ ਵੀ ਕੋਈ ਇੱਦਾਂ ਦੀਆਂ ਗੱਲਾਂ ਹੁੰਦੀਆਂ, ਤਾਂ ਆਪਾਂ ਨੂੰ ਕੁਦਰਤੀ ਗੱਲ ਲੱਗਦਾ ਕਿ ਅਸੀਂ ਆਪਣੇ ਵਿਰੋਧੀਆਂ ਨੂੰ ਨੁੱਕਰੇ ਲਾਉਣ ਵਾਸਤੇ ਅਜਿਹੀਆਂ ਚਾਲਾਂ ਚੱਲਦੇ ਆ। ਭਾਰਤ ਦੇ ਤੁਸੀਂ ਵੱਡੇ ਪੱਧਰ 'ਤੇ ਦੇਖ ਲਓ, ਦੇਸ਼ ਪੱਧਰ 'ਤੇ ਜਦੋਂ ਆਪਾਂ ਇਹ ਗੱਲ ਦੇਖਦੇ ਆ ਕਿ ਜਿਹੜੇ ਸਿਆਸੀ ਵਿਰੋਧੀ ਤੇ ਉਹਨਾਂ ਪਰ ਸਮੇਂ-ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ CBI ਦਾ ਸਹਾਰਾ ਲਿੱਤਾ, ED ਦਾ ਸਹਾਰਾ ਲਿੱਤਾ ਜਾਂ NIA ਦਾ ਸਹਾਰਾ ਲਿੱਤਾ ਕਿ ਆਪਣੀਆਂ ਜਿਹੜੀਆਂ ਸੁਰੱਖਿਆ ਫੋਰਸਿਸ ਨੇ, ਜਿਹੜੀਆਂ ਇਹ ਏਜੰਸੀਆਂ ਨੇ, ਇਹ ਕਿਤੇ ਨਾ ਕਿਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ, ਸਮੇਂ ਦੇ ਹਕੂਮਤ ਨੇ, ਸਮੇਂ ਦੇ ਹਾਕਮ ਨੇ, ਉਹਨਾਂ ਵਾਸਤੇ ਕੰਮ ਕਰਦੇ ਨੇ। CBI ਨੂੰ ਵਾਰ-ਵਾਰ ਇਹ ਗੱਲ ਕਹੀ ਗਈ ਕਿ ਪਿੰਜਰੇ ਦਾ ਤੋਤਾ ਹੈ। ਜਦੋਂ ਤਾਂ ਤੁਸੀਂ ਸੱਤਾ ਦੇ ਵਿਰੋਧੀ ਹੁੰਦੇ ਆ, ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਦੇ ਆ, ਉਦੋਂ ਤੋਂ ਤੁਸੀਂ ਇਹ ਇਲਜ਼ਾਮ ਲਾਉਂਦੇ ਨੇ ਕਿ ਇਹ ਸਰਕਾਰ ਆ ਜਿਹੜੀ, ਇਹਨਾਂ ਜਿਹੜੀਆਂ ਏਜੰਸੀਆਂ ਉਹਨਾਂ ਦਾ ਜਿਹੜਾ ਸਹਾਰਾ, ਉਹਨਾਂ ਦਾ ਮੋਢਾ ਹੈ ਜਿਹੜਾ, ਉਹਨਾਂ ਨੂੰ ਹਥਿਆਰ ਵਜੋਂ ਵਰਤਦੀਆਂ, ਵਿਰੋਧੀਆਂ ਨੂੰ ਦਬਾਉਣ ਵਜੋਂ ਵਰਤਦੀਆਂ। ਪਰ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਜਾਂਦੇ, ਸੱਤਾ ਦੀ ਕੁਰਸੀ 'ਤੇ ਬੈਠਦੇ ਨੇ, ਉਦੋਂ ਹੀ ਤੁਸੀਂ ਯੂ ਟਰਨ ਲੈਂਦੇ ਨੇ ਉਹਨਾਂ ਏਜੰਸੀਆਂ ਨੂੰ ਹੀ ਦੇ ਰਾਹੀਂ ਫਿਰ ਆਪਣੇ ਜਿਹੜੇ ਸੱਤਾ ਵਿਰੋਧੀ ਨੇ ਉਹਨਾਂ ਦੀਆਂ ਜਿਹੜੀਆਂ ਕਿ ਬਾਹਾਂ ਮਰੋੜਦੇ ਨੇ, ਉਹਨਾਂ ਦੀਆਂ ਜਿਹੜੀਆਂ ਕੂਣੀਆਂ ਮਰੋੜਦੇ ਨੇ, ਉਹਨਾਂ ਨੂੰ ਕੁਚਲਣ ਦਾ ਯਤਨ ਕਰਦੇ ਨੇ। ਸੇਮ ਇਸੇ ਤਰ੍ਹਾਂ ਹੋ ਰਿਹਾ ਹੁਣ। ਆਪਾਂ ਚਾਹੇ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਛਾਪਾ ਵੱਜਿਆ ਇਆਲੀ ਉਹਨੀ ਦੁੱਧ ਧੋਤੇ ਹੋ ਸਕਦੇ ਆ, ਜਾਂ ਉਹਨਾਂ ਨੇ ਕੋਈ ਇਨਕਮ ਟੈਕਸ ਦੇ ਵਿੱਚ ਕੋਈ ਹੇਰ ਫੇਰ ਨਹੀਂ ਕੀਤੀ ਹੋਣੀ। ਅਸੀਂ ਉਹਨਾਂ ਨੂੰ ਇਸ ਗੱਲ ਦਾ ਕੋਈ ਜਿਹੜਾ ਸਰਟੀਫਿਕੇਟ ਨਹੀਂ ਦਿੰਦੇ, ਪਰ ਜਿਹੜਾ ਇਹ ਸਮਾਂ ਇਹ ਬਹੁਤ ਮਾੜਾ ਹੈ। ਹੁਣ ਇਹ ਯਤਨ ਜਿਹੜੇ ਕੀਤੇ ਜਾਣਗੇ ਤਾਂ ਲੋਕਾਂ ਦੇ ਵਿੱਚ ਇੱਕ ਇਹ ਮੈਸੇਜ ਜਾਵੇਗਾ ਕਿ ਸਰਕਾਰ ਨੇ ਵੋਟਾਂ ਨੇੜੇ ਹੋਣ ਕਰਕੇ ਇਹ ਇੱਕ ਜਿਹੜੇ ਸਿਆਸੀ ਵਿਰੋਧੀ ਤੇ ਉਹਨਾਂ ਨੂੰ ਕੁਚਲਣ ਵਾਸਤੇ, ਉਹਨਾਂ ਦੀ ਜ਼ਮਾਨ ਬੰਦ ਕਰਕੇ ਇਹ ਯਤਨ ਕੀਤਾ। ਇਸ ਕਰਕੇ ਇਨਕਮ ਟੈਕਸ ਵਿਭਾਗ ਨੂੰ ਚਾਹੀਦਾ ਦਾ ਕਿ ਜੇਕਰ ਉਹਨਾਂ ਨੇ, ਇਆਲੀ ਨੇ ਕੋਈ ਗਲਤੀ ਕੀਤੀ ਹੋਈ ਆ ਜਾਂ ਉਹਨਾਂ ਦੇ ਪਰ ਕੋਈ ਕਿਸੇ ਨਾ ਤਰ੍ਹਾਂ ਦੇ ਦੋਸ਼ ਨੇ, ਤਾਂ ਜਾਂ ਤਾਂ ਉਹਨਾਂ ਨੂੰ ਪਹਿਲਾਂ ਕੰਮ ਕੇ ਕਰਨਾ ਚਾਹੀਦਾ ਤਾ, ਜਾਂ ਫਿਰ ਇਹ ਚੋਣਾਂ ਲੰਘਣ ਤੋਂ ਬਾਅਦ ਕਰਨਾ ਚਾਹੀਦਾ। ਜਦੋਂ ਹੁਣ ਚੋਣਾਂ ਬਿਲਕੁਲ 2 ਮਹੀਨੇ ਤੱਕ ਚੋਣਾਂ ਹੋਣ ਜਾ ਰਹੀਆਂ, ਫਰਵਰੀ ਦੇ ਵਿੱਚ ਚੋਣਾਂ ਹੋਣੀਆਂ, ਤੁਸੀਂ ਉਹਨਾਂ ਤੋਂ ਐਨ ਪਹਿਲਾਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਵਿੱਚ ਹਮਲੇ ਕਰਦੇ ਨੇ, ਉਹਨਾਂ ਨੂੰ ਦਬੋਚਦੇ ਨੇ, ਉਹਨਾਂ ਦੇ ਉੱਪਰ ਇੱਦਾਂ ਦੀ ਕਾਰਵਾਈ ਕਰਦੇ ਨੇ। ਥੋੜ੍ਹੀ ਦੇਰ ਪਹਿਲਾਂ ਹੀ ਜਿਹੜੇ ਭਲੱਥ ਤੋਂ MLA ਰਹੇ ਨੇ, ਸਾਬਕਾ ਵਿਧਾਇਕ ਨੇ ਸੁਖਪਾਲ ਖਹਿਰਾ, ਉਹਨਾਂ 'ਤੇ ਵੀ ਜਿਹੜਾ ED ਨੇ ਜਾਣੀ ਕਿ ਵੱਡੀ ਕਾਰਵਾਈ ਕੀਤੀ ਆ। ਹੁਣ
ਉਹਨਾਂ ਦੇ ਪਰ ਪਰਚਾ ਦਰਜ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਉਹ ਪੁਲਿਸ ਦੇ ਰਿਮਾਂਡ ਹੇਠਾਂ। ਉਹਨਾਂ ਦੇ ਬੇਟੇ ਨੇ ਇਹ ਦੋਸ਼ ਲਾਇਆ ਕਿ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ, ਉਹਨੇ ਭੁੱਖ ਹੜਤਾਲ ਕੀਤੀ ਜਾਂਦਾ। ਇਹਨਾਂ ਸਾਰੀਆਂ ਗੱਲਾਂ ਦਾ ਸੰਕੇਤ ਇਹੀ ਹੈ ਜਸਵੀਰ, ਕਿ ਜਾਣ ਬੁੱਝ ਕੇ ਜਿਹੜੀਆਂ ਸਮੇਂ ਦੇ ਹਾਕਮ ਨੇ, ਸਮੇਂ ਦੇ ਹੁਕਮਰਾਨ ਨੇ, ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਵਾਸਤੇ ਇਹ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਸਹਾਰਾ ਲੈਂਦੀਆਂ ਨੇ। ਹਾਂ ਸਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਬਹੁਜਨ ਸਮਾਜ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਸਾਡੇ ਦਰਸ਼ਕਾਂ ਨੂੰ ਦੱਸੋ ਕਿ ਬਿਆਨ ਕੀ ਹੈ ਤੇ ਉਸ ਦੇ ਮਾਇਨੇ ਕੀ ਨੇ? ਦੇਖੋ ਜਸਵੀਰ ਸਿੰਘ, ਮੁੱਖ ਮੰਤਰੀ ਸਾਹਿਬ ਕੱਲ੍ਹ ਦੁਆਬੇ ਦੇ ਵਿੱਚ ਗਏ ਨੇ। ਦੁਆਬਾ ਖੇਤਰ ਇੱਕ ਪੰਜਾਬ ਦਾ ਅਜਿਹਾ ਖੇਤਰ ਹੈ ਜਿਹਦੇ ਵਿੱਚ ਜਿਹੜਾ ਐਸੀ ਭਾਈਚਾਰਾ ਹੈ ਉਹਨਾਂ ਦੀ ਸਭ ਤੋਂ ਵੱਧ ਜਿਹੜੀ ਵਸੋਂ ਆ। ਭਾਵੇਂ ਕਿ ਪੂਰੇ ਦੇਸ਼ ਵਿੱਚੋਂ ਸਭ ਨਾਲੋਂ ਜ਼ਿਆਦਾ ਜਿਹੜੀ ਵਸੋਂ ਆ ਉਹ ਪੰਜਾਬ ਦੇ ਵਿੱਚ ਆ, 34% ਆ। ਜੇ ਆਪਾਂ ਇਹਨਾਂ 34 ਦੇ ਵਿੱਚੋਂ ਵੀ ਗੱਲ ਕਰੀਏ ਵੀ ਸਮੁੱਚੇ ਪੰਜਾਬ ਦੇ ਵਿੱਚੋਂ ਕਿਹੜੇ ਹਿੱਸੇ ਦੇ ਵਿੱਚ ਜ਼ਿਆਦਾ ਹੈ, ਤਾਂ ਜਿਹੜਾ ਦੁਆਬਾ ਖੇਤਰ ਆ ਜਿਹਨੂੰ, ਉਹਦੇ ਵਿੱਚ ਐਸੀ ਭਾਈਚਾਰੇ ਦੀ ਵਸੋਂ ਜ਼ਿਆਦਾ ਹੈ। ਹੁਣ ਉੱਥੇ ਕੁਦਰਤੀ ਤੌਰ 'ਤੇ ਚੋਣਾਂ ਦਾ ਜਦੋਂ ਸਮਾਂ ਸ਼ੁਰੂ ਹੋ ਗਿਆ ਤਾਂ ਕਾਂਗਰਸ ਪਾਰਟੀ ਨੇ ਵੀ ਇਹ ਇੱਕ ਪੱਤਾ ਖੇਡਿਆ, ਇੱਕ ਸਿਆਸੀ ਪੱਤਾ ਡੇਗਿਆ ਕਿ ਉਹਨਾਂ ਨੂੰ ਇੱਕ ਜਿਹੜੇ ਐਸੀ ਵਰਗ ਦੀ ਨੁਮਾਇੰਦਗੀ ਕਰਨ ਵਾਲੇ ਨੇ ਜਾਂ ਐਸੀ ਵਰਗ ਨਾਲ ਸੰਬੰਧਿਤ ਵਿਧਾਇਕ ਸੀਗੇ, ਮੰਤਰੀ ਸੀ, ਉਹਨਾਂ ਨੂੰ ਮੁੱਖ ਮੰਤਰੀ ਲਾਤਾ। ਚੋਣਾਂ ਤੋਂ ਪਹਿਲਾਂ ਤੁਹਾਡੇ ਯਾਦ ਹੋਵੇਗਾ, ਸਾਡੇ ਦਰਸ਼ਕ ਸਰੋਤਿਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਿਹੜੀ ਬੀਜੇਪੀ ਆ ਉਹਨੇ ਵੀ ਇਹੀ ਗੱਲ ਕਹੀ ਸੀ ਕਿ ਸਾਡੀ ਜੇ ਸਰਕਾਰ ਆਈ, ਅਸੀਂ ਇੱਕ ਐਸੀ ਵਰਗ ਨਾਲ ਸੰਬੰਧਿਤ ਜਿਹੜਾ ਆਗੂ ਆ ਉਹਨੂੰ ਮੁੱਖ ਮੰਤਰੀ ਬਣਾਵਾਂਗੇ। ਉਹ ਤੋਂ ਬਾਅਦ ਅਕਾਲੀ ਦਲ ਨੇ ਕਿਹਾ ਕਿ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ। ਪਰ ਇਹਦੇ ਸਾਰੇ ਦੇ ਵਿੱਚ ਜਦੋਂ ਕਾਂਗਰਸ ਦੇ ਅੰਦਰ ਕਾਟੋ ਕਲੇਸ਼ ਚੱਲ ਰਿਹਾ ਤਾਂ ਨਵਜੋਤ ਸਿੱਧੂ, ਪ੍ਰਗਟ ਸਿੰਘ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਹੋਰ ਕਿੰਨੇ ਵਿਧਾਇਕਾਂ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜੇ ਕੀਤੇ ਤੇ ਉਹਨਾਂ ਦੇ ਖਿਲਾਫ ਇੱਕ ਬਗਾਵਤ ਕੀਤੀ ਹੋਈ ਸੀ। ਤਾਂ ਜਦੋਂ ਇੱਥੇ ਸੱਤਾ ਬਦਲੀ ਜਾਣੀ ਸੀਗੀ ਤਾਂ ਇਹਦੇ ਵਿੱਚ ਇਹੀ ਗੱਲ ਹੋਈ ਕਿ ਫਿਰ ਇਹਦਾ ਚੰਨੀ ਦਾ ਉੱਥੇ ਮੁੱਖ ਮੰਤਰੀ ਬਣਾ ਦਿੱਤਾ ਗਿਆ। ਹੁਣ ਦੁਆਬੇ ਦੇ ਵਿੱਚ ਇਹ ਵੱਡੀ ਵਸੋਂ ਇਹਨਾਂ ਦੀ ਆ, ਐਸੀ ਭਾਈਚਾਰੇ ਦੀ ਆ। ਐਸੀ ਭਾਈਚਾਰੇ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ। ਤਾਂ ਫਿਰ ਉਹਨਾਂ ਦਾ ਇੱਕ ਜਿਹੜਾ ਬਿਆਨ ਆ ਉਹ ਉੱਥੇ ਦਿੱਤਾ ਗਿਆ ਕਿ ਉਹ ਹੁਣ ਬਹੁਜਨ ਸਮਾਜ ਦੇ ਮੁੱਖ ਮੰਤਰੀ ਹੈਗੇ ਨੇ। ਹੁਣ ਕੋਈ ਬਹੁਜਨ ਸਮਾਜ ਪਾਰਟੀ ਦੀ ਉਹ ਗੱਲ ਨਹੀਂ ਰਹਿ ਜਾਂਦੀ ਜਾਂ ਉਹਨਾਂ ਦੀ ਕੋਈ ਭੂਮਿਕਾ ਨਹੀਂ, ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਅਕਾਲੀ ਦਲ ਨਾਲ ਗੱਠਜੋੜਾ। ਬਹੁਜਨ ਸਮਾਜ ਪਾਰਟੀ ਦਾ ਜਿਹੜਾ ਦੁਆਬੇ ਦੇ ਵਿੱਚ ਇੱਕ ਵੱਡਾ ਗੜ੍ਹ ਰਿਹਾ, ਇਸ ਕਰਕੇ ਇਹ ਵੋਟਾਂ ਨੂੰ ਤੋੜਨ ਵਾਸਤੇ, ਵੋਟਾਂ ਨੂੰ ਬਟੋਰਨ ਵਾਸਤੇ ਉਹਨਾਂ ਦਾ ਇੱਕ ਸਿਆਸੀ ਬਿਆਨ ਸੀਗਾ। ਕਈ ਵਾਰੀ ਬਿਆਨ ਦਿੱਤੇ ਨਹੀਂ ਜਾਂਦੇ, ਬਿਆਨ ਦਵਾਏ ਜਾਂਦੇ ਨੇ। ਅਸੀਂ ਇਹ ਗੱਲ ਨੂੰ ਸਮਝਦੇ ਹਾਂ ਕਿ ਜਿਹੜਾ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇਹ ਬਿਆਨ ਦਿੱਤਾ, ਇਹ ਵੀ ਜਿਹੜੀ ਇਹਨਾਂ ਦੀ ਕੇਂਦਰੀ ਹਾਈ ਕਮਾਂਡ ਆ, ਕੇਂਦਰੀ ਲੀਡਰਸ਼ਿਪ ਆ, ਉਹਨਾਂ ਨੇ ਚੰਨੀ ਸਾਹਿਬ ਨੂੰ ਇਹ ਬਿਆਨ ਦੇਣ ਲਈ ਮਜਬੂਰ ਕੀਤਾ ਤਾਂ ਕਿ ਵੀ ਇਹ ਅਜਿਹਾ ਬਿਆਨ ਦਿੱਤਾ ਜਾਵੇ ਤਾਂ ਕਿ ਉੱਥੇ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹਨੂੰ ਠੱਲ ਪਾਈ ਜਾ ਸਕੇ, ਉਹਨੂੰ ਕਿਤੇ ਨਾ ਕਿਤੇ ਪਿੱਛੇ ਧੱਕਿਆ ਜਾ ਸਕੇ। ਉਹਨਾਂ ਉੱਥੇ ਦੁਆਬੇ ਦੀ ਜਿਹੜੀ ਐਸੀ ਭਾਈਚਾਰੇ ਦੀ ਵੋਟ ਬੈਂਕ ਆ ਉਹ ਕਾਂਗਰਸ ਨੂੰ ਕਨਵਰਟ ਕੀਤੀ ਜਾਵੇ। ਜਿਵੇਂ ਕਿ ਉੱਥੇ ਉਹਨਾਂ ਨੇ ਕੱਲ੍ਹ ਬਹੁਤ ਸਾਰੇ ਪ੍ਰੋਜੈਕਟ ਆ ਉਹ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਹੈ। ਜਿਹੜਾ ਆਦਮਪੁਰ ਦਾ ਸਟੇਸ਼ਨ ਆ, ਉਹ ਹਵਾਈ ਅੱਡੇ ਦਾ ਨਾਂ ਵੀ ਜਿਹੜਾ ਗੁਰੂ ਰਵਿਦਾਸ ਦੇ ਨਾਂ 'ਤੇ ਰੱਖਣ ਦੀ ਗੱਲ ਕਹੀ ਆ। ਜਿਹੜੀ ਏਅਰਪੋਰਟ ਨੂੰ ਆਉਣ ਵਾਲੀ ਰੋਡ ਆ ਉਹਦਾ ਨਾਮ ਵੀ ਗੁਰੂ ਰਵਿਦਾਸ ਦੇ ਨਾਮ 'ਤੇ ਰੱਖਣ ਦੀ ਗੱਲ ਹੈ। ਕਿਤੇ ਨਾ ਕਿਤੇ ਜਿਹੜਾ ਸਾਰੇ ਬਿਆਨਬਾਜ਼ੀਆਂ ਅਜਿਹੀਆਂ ਹੁੰਦੀਆਂ ਉਹ ਇੱਕ ਵਿਅਕਤੀ ਵਿਸ਼ੇਸ਼, ਇੱਕ ਵਰਗ ਵਿਸ਼ੇਸ਼ ਨੂੰ ਭਰਮਾਉਣ ਵਾਸਤੇ, ਉਹਨਾਂ ਨੂੰ ਇੱਕ ਇੱਦਾਂ ਦੇ ਸੁਨੇਹਾ ਦੇਣ ਵਾਸਤੇ ਹੁੰਦਾ ਕਿ ਉਹ ਉਹਨਾਂ ਦੀ ਪਾਰਟੀ ਵਾਸਤੇ ਕੰਮ ਕਰ ਰਿਹਾ। ਜੇਕਰ ਇਹ ਬਹੁਜਨ ਸਮਾਜ ਪਾਰਟੀ ਦੀ ਲੋੜ ਨਹੀਂ, ਕੱਲ੍ਹ ਨੂੰ ਇਹ ਵੀ ਇੱਕ ਦੂਜੀ ਪਾਰਟੀ ਕਹਿ ਦੇਗੀ ਕਿ ਇਹ ਕੰਮ ਅਸੀਂ ਕਰ ਰਹੇ ਹਾਂ, ਹੁਣ ਦੂਜੀ ਪਾਰਟੀ ਦੀ ਕੋਈ ਲੋੜ ਨਹੀਂ ਹੁੰਦੀ। ਹਰੇਕ ਪਾਰਟੀ ਦੀ ਆਪਣੀ ਆਪਣੀ ਥਾਂ ਹੈ, ਕਿਸੇ ਦੀ ਘੱਟ ਆ, ਕਿਸੇ ਦੀ ਵੱਧ ਆ। ਜੇ ਆਪਾਂ ਇਹ ਗੱਲ ਕਹਿ ਦਈਏ ਕਿ ਕਾਂਗਰਸ ਦੇ ਵਿੱਚ ਸਾਰੇ ਵਰਗਾਂ ਦੀ ਬੁੱਕਤ ਆ, ਸਾਰੇ ਵਰਗਾਂ ਨੂੰ ਮਾਣ ਸਤਿਕਾਰ ਮਿਲਦਾ, ਇਹ ਵੀ ਗੱਲ ਠੀਕ ਨਹੀਂ। ਜੇ ਆਪਾਂ ਕਹਿ ਦਈਏ ਵੀ ਅਕਾਲੀ ਦਲ ਦੇ ਵਿੱਚ ਵੀ ਸਾਰੇ ਵਰਗਾਂ ਨੂੰ ਮਾਣ ਤਾਣ ਮਿਲਦਾ, ਇਹ ਵੀ ਗੱਲ ਠੀਕ ਨਹੀਂ। ਇਹ ਸਾਰੇ ਵਰਗਾਂ ਪਾਰਟੀਆਂ ਦੇ ਵਿੱਚ ਕਿਤੇ ਨਾ ਕਿਤੇ ਕਾਨੂੰਨੀ ਤੌਰ 'ਤੇ, ਸੰਵਿਧਾਨਕ ਤੌਰ 'ਤੇ ਵੀ ਕਈ ਮਜਬੂਰੀਆਂ ਹੁੰਦੀਆਂ ਨੇ ਕਿ ਕੁਝ ਸੀਟਾਂ ਜਿਹੜੀਆਂ ਉਹ ਰਾਖਵੀਆਂ ਹੁੰਦੀਆਂ ਨੇ, ਜਿਹਦੇ ਵਿੱਚ ਉਸ ਭਾਈਚਾਰੇ ਨੂੰ, ਉਸ ਵਰਗ ਨਾਲ ਸੰਬੰਧਿਤ ਆਗੂਆਂ ਦੀ ਨੁਮਾਇੰਦਗੀ ਜ਼ਰੂਰੀ ਹੁੰਦੀ ਆ। ਇਸ ਕਰਕੇ ਪੋਲੀਟੀਕਲ ਪਾਰਟੀਆਂ ਦੀ ਇਹ ਸਭ ਤੋਂ ਵੱਡੀ ਮਜਬੂਰੀ ਵੀ ਹੈਗੀ ਆ ਕਿ ਉਹ ਜਿਹੜੇ ਐਸੀ ਭਾਈਚਾਰਾ ਉਹਨੂੰ ਆਪਣੇ ਨਾਲ ਜੋੜ ਕੇ ਰੱਖਣਾ। ਜਦ ਕਿ ਬਹੁਜਨ ਸਮਾਜ ਪਾਰਟੀ ਦੀ ਜਦੋਂ ਹੋਂਦ ਹੋਈ ਸੀ, ਬਾਬੂ ਕਾਂਸ਼ੀ ਰਾਮ ਉਹਨਾਂ ਨੇ ਇਹਨਾਂ ਦੀ ਸਥਾਪਨਾ ਕੀਤੀ ਸੀ, ਉਹਦੇ ਵਿੱਚ ਜ਼ਿਆਦਾ ਐਸਸੀ ਤੇ ਬੀਸੀ ਭਾਈਚਾਰੇ ਨੂੰ ਮਾਣ ਸਤਿਕਾਰ ਮਿਲਿਆ ਜਾਂਦਾ। ਇੱਕ ਪਾਸੇ ਬਹੁਜਨ ਸਮਾਜ ਪਾਰਟੀ ਬਾਰੇ ਇਹੀ ਗੱਲ ਕਹੀ ਸੀ ਕਿ ਦੀ ਪਛਾਣ ਇਸ ਢੰਗ ਨਾਲ ਹੋ ਗਈ ਸੀ ਕਿ ਇਹ ਉਹਨਾਂ ਦੀ ਪਾਰਟੀ ਆ, ਉਹਨਾਂ ਵਿਅਕਤੀਆਂ ਨਾਲ ਸੰਬੰਧ, ਉਸ ਸਮਾਜ ਨਾਲ ਸੰਬੰਧਿਤ ਆਗੂਆਂ ਦੀ ਪਾਰਟੀ ਆ। ਹੁਣ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਹੁਣ ਅਕਾਲੀ ਦਲ ਨੇ ਜਿਹੜੀਆਂ ਬੀਐਸਪੀ ਨੂੰ ਟਿਕਟਾਂ ਦਿੱਤੀਆਂ, ਉਹ ਟਿਕਟਾਂ ਦੇਤੀਆਂ ਜਿਹੜੀਆਂ ਹਾਰਨ ਵਾਲੀਆਂ ਸਨ ਜਾਂ ਹਰਾਉਣ ਵਾਲੀਆਂ ਸਨ, ਸ਼ਹਿਰੀ ਸੀਟਾਂ ਦੇਤੀਆਂ ਕੁਝ। ਕਿਤੇ ਨਾ ਕਿਤੇ ਚਲੋ ਇਹ ਇੱਕ ਦੋਵੇਂ ਪਾਰਟੀਆਂ ਦਾ ਆਪਣਾ ਇੰਟਰਨਲ ਮਸਲਾ ਹੈ, ਕਿਹੜੀ ਪਾਰਟੀ ਨੇ ਕਿੱਥੋਂ ਚੋਣ ਲੜਨੀ, ਕਿਹਨੇ ਨਹੀਂ ਲੜਨੀ। ਪਰ ਮੈਨੂੰ ਇਹ ਲੱਗਦਾ ਕਿ ਬਹੁਜਨ ਸਮਾਜ ਪਾਰਟੀ ਦੀ ਅੱਜ ਵੀ ਸਮਾਜ ਦੇ ਵਿੱਚ ਇੱਕ ਚੰਗੀ ਥਾਂ ਆ
ਚੰਗੀ ਥਾਂ ਰਹਿਣੀ ਵੀ ਚਾਹੀਦੀ ਆ। ਪੋਲੀਟੀਕਲ ਪਾਰਟੀਆਂ ਦੇ ਵਿੱਚ ਸਾਰੇ ਵਰਗਾਂ ਦੀ ਜਿਹੜੀ ਨੁਮਾਇੰਦਗੀ ਆ ਉਦੋਂ ਤੱਕ ਇਹ ਹੋਊਗੀ ਜਦੋਂ ਤੱਕ ਤੁਹਾਡੇ ਦੂਸਰੇ ਪਾਸੇ ਕੋਈ ਹੋਰ ਜਿਹੜੀ ਸਟਰੋਂਗ ਜਿਹੜੀ ਪੋਲੀਟੀਕਲ ਪਾਰਟੀ ਹੋਵੇ, ਉਹਦੀ ਥਾਂ ਹੋਵੇ। ਜੇ ਅੱਜ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਉਹ ਇਸੇ ਕਰਕੇ ਬਣਾਇਆ ਗਿਆ ਕਿ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਆਧਾਰ ਆ ਉਹ ਵੱਧ ਰਿਹਾ ਸੀਗਾ, ਬਹੁਜਨ ਸਮਾਜ ਪਾਰਟੀ ਅੱਗੇ ਵੱਧ ਰਹੀ ਸੀਗੀ। ਇਸੇ ਕਰਕੇ ਅੱਜ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਦਾਅ ਲੱਗਿਆ। ਜੇ ਬਹੁਜਨ ਸਮਾਜ ਪਾਰਟੀ ਨਾ ਹੁੰਦੀ ਤਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨਾ ਬਣਦੇ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਅੱਜ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।